ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਵੀਡੀਓ ਲੈਸਨ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10th ਕਲਾਸ ਦਾ ਗਣਿਤ ਦਾ 7ਵਾਂ ਅਧਿਆਇ ਹੈ ਨਿਰਦੇਸ਼ ਅੰਕ ਜਿਓਮੈਟਰੀ, ਕੋਆਰਡੀਨੇਟ ਜਿਓਮੈਟਰੀ। ਠੀਕ ਹੈ, ਇਸ ਚੈਪਟਰ ਦੇ ਵਿੱਚੋਂ ਕੁਝ ਸਵਾਲ ਅਸੀਂ ਮਹੱਤਵਪੂਰਨ ਕੁਐਸਚਨ ਨੇ ਉਹ ਅਸੀਂ ਇਸ ਵੀਡੀਓ ਲੈਸਨ ਦੇ ਵਿੱਚ ਸਮਝਾਂਗੇ। ਅਗਲਾ ਸਵਾਲ ਸਾਡੇ ਕੋਲ ਹੈ ਕਿ ਬਿੰਦੂ -4,8 ਬਿੰਦੂਆਂ A ਤੇ B ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਕਿਸ ਅਨੁਪਾਤ ਦੇ ਵਿੱਚ ਵੰਡਦਾ ਹੈ। ਠੀਕ ਹੈ, ਪਿਛਲੇ ਸਵਾਲ ਦੇ ਵਿੱਚ ਸਾਨੂੰ ਅਨੁਪਾਤ ਦਿੱਤਾ ਗਿਆ ਸੀ, ਪਰ ਇਹਦੇ ਵਿੱਚ ਜਿਹੜਾ ਅਨੁਪਾਤ ਪੁੱਛ ਲਿਆ ਗਿਆ ਬਿੰਦੂ ਦੇ ਨਿਰਦੇਸ਼ਾਂਕ ਸਾਨੂੰ ਦਿੱਤੇ ਹੋਏ ਨੇ। ਇਹ ਸਾਡੇ ਕੋਲ A ਬਿੰਦੂ ਹੈ 6,10, ਇਹ ਸਾਡੇ ਕੋਲ B ਬਿੰਦੂ ਹੈ ਜਿਹਦੇ ਜਿਹੜੇ ਨਿਰਦੇਸ਼ਾਂਕ ਨੇ ਉਹ 3,8 ਨੇ, 3,-8। -8 ठीक है। और बिंदु जड़ा कह लो कि P बिंदु इनू असी P नाम दे लवांगे। -4,6 ਜਿਹੜਾ K ਦਿੱਤੇ ਹੋਏ ਰੇਖਾਖੰਡ ਨੂੰ ਮੰਨ ਲਓ ਕਿ K ਅਨੁਪਾਤ 1 ਦੇ ਵਿੱਚ ਵੰਡਦਾ। ਇਹਨੂੰ ਅਸੀਂ M ਅਨੁਪਾਤ N ਨਹੀਂ ਲੈਣਾ, K ਅਨੁਪਾਤ 1 ਜਿਹੜਾ ਅਸੀਂ ਲੈ ਕੇ ਇਹਨੂੰ ਹੱਲ ਕਰਾਂਗੇ। ਠੀਕ ਹੈ, ਹਾਂਜੀ ਹੱਲ। ਮੰਨ ਲਓ ਬਿੰਦੂ P -4,6 ਬਿੰਦੂਆਂ A -6,10 ਅਤੇ B 3,-8 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ K ਅਨੁਪਾਤ 1 ਵਿੱਚ ਵੰਡਦਾ ਹੈ। K ਅਨੁਪਾਤ 1 ਵਿੱਚ ਵੰਡਦਾ ਹੈ। ਠੀਕ ਹੈ, तो अपने कोल ਜਿਹੜੇ ਨਿਰਦੇਸ਼ਾਂਕ ਨੇ ਉਹ ਫਾਰਮੂਲਾ ਅਸੀਂ ਇੱਥੇ ਹੁਣ ਸੈਕਸ਼ਨ ਫਾਰਮੂਲਾ ਜਿਹੜਾ ਯੂਜ਼ ਕਰਾਂਗੇ। तो ਸੈਕਸ਼ਨ ਫਾਰਮੂਲੇ ਅਨੁਸਾਰ ਹਾਂਜੀ ਸੈਕਸ਼ਨ ਫਾਰਮੂਲੇ ਅਨੁਸਾਰ ਜਿਹੜੇ P ਦੇ ਨਿਰਦੇਸ਼ਾਂਕ ਨੇ ਉਹ ਸਾਡੇ ਕੋਲ ਕੀ ਬਣ ਜਾਣਗੇ। P ਦੇ ਨਿਰਦੇਸ਼ਾਂਕ ਹਾਂਜੀ ਇਹ ਸਾਡੇ ਕੋਲ ਬਰਾਬਰ ਆ ਜਾਣਗੇ। K ਨੂੰ ਅਸੀਂ ਗੁਣਾ ਕਰਾਂਗੇ 3 ਦੇ ਨਾਲ। ਠੀਕ ਹੈ, 1 ਨੂੰ ਅਸੀਂ ਗੁਣਾ ਕਰਾਂਗੇ -6 ਦੇ ਨਾਲ। तो ਹੈਗਾ ਸਾਡੇ ਕੋਲ 3K 6 ਨੂੰ 1 ਨਾਲ ਕੀਤਾ -6, 3K -6 ਵਟਾ 3K -6 ਵਟਾ K + 1। ठीक है, वटा K + 1। और दूसरे साढ़े कोल जिहड़े y ਦੇ निर्देशांक वो की बन गए -8 ਨੂੰ K ਨਾਲ गुणा करांगे तो -8K आ जाएगा। फिर ਅਸੀਂ 1 ਨੂੰ 10 ਨਾਲ गुणा करांगे ਸਾਡੇ ਕੋਲ ਜਮਾ ਦੇ 10 ਆਣਗੇ। ਹੇਠਾਂ ਸਾਡੇ ਕੋਲ K + 1 ਆ ਜਾਏਗਾ। ठीक है, ਇਹ ਨਿਰਦੇਸ਼ਾਂਕ ਉਹ ਨੇ ਜਿਹੜੇ ਅਸੀਂ ਸੈਕਸ਼ਨ ਫਾਰਮੂਲੇ ਤੋਂ ਪਤਾ ਕੀਤੇ, ਬਟ P ਦੇ ਜਿਹੜੇ ਨਿਰਦੇਸ਼ਾਂਕ ਨੇ ਉਹ ਸਾਨੂੰ ਪਹਿਲਾਂ ਸਵਾਲ ਦੇ ਵਿੱਚ ਦਿੱਤੇ ਗਏ ਨੇ -4,6। ठीक है, पर P ਦੇ ਨਿਰਦੇਸ਼ਾਂਕ -4,6 ਹਨ। ठीक है, -4,6। ठीक है, तो ਇਹਦਾ मतलब ਜਿਹੜੀ ਇਹ ਪਹਿਲੀ ਕੀਮਤ ਹੈ ਸਾਡੇ ਕੋਲ -4 ਦੇ ਬਰਾਬਰ ਹੋਣੀ ਚਾਹੀਦੀ ਹੈ। ਤਾਂ ਸਾਡੇ ਕੋਲ 3K -6 ਵਟਾ K ਜਮਾ 1 -8K ਜਮਾ 10 ਵਟਾ K + 1। ਇਹ ਜਿਹੜੇ ਨਿਰਦੇਸ਼ਾਂਕ ਨੇ ਸੇਮ ਸਾਡੇ ਕੋਲ -4,6 ਦੇ ਬਰਾਬਰ ਹੋਣੇ ਚਾਹੀਦੇ ਨੇ। तो ਇਹਦੇ ਵਿੱਚੋਂ ਜਦੋਂ ਅਸੀਂ ਪਹਿਲੇ x ਕੋਆਰਡੀਨੇਟ ਜਿਹੜਾ ਸਾਡੇ ਕੋਲ ਹੈਗਾ x ਨਿਰਦੇਸ਼ਾਂਕ ਉਹਨਾਂ ਨੂੰ ਅਸੀਂ ਦੋਨੋਂ ਪਾਸੇ ਇਕੁਏਟ ਕਰਾਂਗੇ, ਜਾਂ ਅਸੀਂ y ਨਿਰਦੇਸ਼ਾਂਕ ਨੂੰ ਵੀ ਕਰ ਸਕਦੇ ਹਾਂ, ਜਾਂ ਦੋਨਾਂ ਨੂੰ ਵੀ ਚੈੱਕ ਕਰਨ ਵਾਸਤੇ ਕਰ ਸਕਦੇ ਹਾਂ। ਸਾਡੇ ਕੋਲ K ਦੀ ਜਿਹੜੀ ਕੀਮਤ ਹੈ ਉਹ ਪਤਾ ਚੱਲ ਜਾਏਗੀ। ਠੀਕ ਹੈ, तो 3K -6 ਵਟਾ K + 1 ਦੀ ਜਿਹੜੀ ਕੀਮਤ ਹੈ ਇਹ ਸਾਡੇ ਕੋਲ ਹੋ ਜਾਏਗੀ -4। ਇਹਨੂੰ ਅਸੀਂ ਹੱਲ ਕਰ ਲੈਂਦੇ ਹਾਂ। 3K -6 दूसरी साइड -4 है तो K + 1 उधर मल्टीप्लाई कर देंगे, ਅਸੀਂ गुणा कर देंगे। ठीक है, तो ये साढ़े को 3K -6 = -4K -4 हो जाएगा। ठीक है, 4K ਨੂੰ ਇੱਧਰ शिफ्ट करो, ये साढ़े को 3K + 4K हो गया। 6 ਨੂੰ ਅਸੀਂ उधर ले जाने, साढ़े को -4 जमा का 6 बन जाएगा उधर जाके। ठीक है, और ये 7K बराबर साढ़े को आ गया 2
k ਦੀ ਕੀਮਤ ਸਾਡੇ ਕੋਲ ਆ ਗਈ 2/7 ਠੀਕ ਹੈ। ਇਸੇ ਢੰਗ ਦੇ ਨਾਲ ਅਸੀਂ ਵੈਸੇ ਤਾਂ ਇੱਥੋਂ ਹੀ ਸਾਡੇ ਕੋਲ ਜਿਹੜੀ ਕੀਮਤ ਹੈ ਉਹ ਆ ਜਾਂਦੀ ਹੈ, ਬਟ ਫਿਰ ਵੀ ਅਸੀਂ ਦੂਸਰੇ ਨੂੰ ਵੀ ਚੈੱਕ ਕਰਕੇ ਦੇਖ ਸਕਦੇ ਹਾਂ। ਆਂਸਰ ਸਾਡੇ ਕੋਲ ਦੋਨੋਂ ਜਗ੍ਹਾ ਜਿਹੜਾ ਉਹ ਸੇਮ ਹੀ ਆਉਣਾ ਚਾਹੀਦਾ ਠੀਕ ਹੈ। ਤੋ y ਤੁਰਿਆਂ ਨੂੰ ਇਕੁਏਟ y ਜਿਹੜੇ ਨਿਰਦੇਸ਼ਾਂਕ ਨੇ ਉਹਨਾਂ ਨੂੰ ਇਕੁਏਟ ਕਰਨ ਤੇ ਬਰਾਬਰ ਰੱਖਣ ਤੇ ਜੋ ਸਾਡੇ ਕੋਲ ਸਮੀਕਰਨ ਬਣੇਗੀ ਉਹਦੇ ਵਿੱਚੋਂ k ਦੀ ਕੀਮਤ ਜਿਹੜੀ ਅਸੀਂ ਪਤਾ ਕਰਾਂਗੇ ਠੀਕ ਹੈ। -8k + 10 ਇਕੁਅਲਸ ਟੂ, तो k+1 ਨੂੰ ਅਸੀਂ ਦੂਸਰੀ ਸਾਈਡ ਗੁਣਾ ਕਰਾਂਗੇ। -8k + 10 ਇਹ ਸਾਡੇ ਕੋਲ 6k ਆ ਜਾਏਗਾ +6 ਆ ਜਾਏਗਾ ਠੀਕ ਹੈ। तो 6k ਨੂੰ ਇੱਧਰ शिफ्ट कर लो, तो 8k - 6k हो जाएगा। इधर साढ़े कोल 6 है, 10 उधर जाके घटाओ दे हो जाएंगे। -8 ਤੇ -6 ਸਾਡੇ ਕੋਲ ਘਟਾਓ ਦੇ 14k, दूसरी साइड 6 ਦੇ ਵਿੱਚੋਂ 4 ਘਟਾਵਾਂਗੇ 10 ਘਟਾਵਾਂਗੇ ਸਾਡੇ ਕੋਲ -4 ਆ ਜਾਏਗਾ ਠੀਕ ਹੈ। तो k ਨੂੰ ਜੇਕਰ ਅਸੀਂ ਇੱਥੋਂ k ਦੀ ਕੀਮਤ ਪਤਾ ਕਰਨੀ ਹੈ तो 4 ਨੂੰ -14 ਦੇ ਨਾਲ ਭਾਗ ਕਰਾਂਗੇ, ਮਾਈਨਸ ਮਾਈਨਸ ਇਹ ਪਲੱਸ ਹੋ ਜਾਏਗਾ ਠੀਕ ਹੈ। 2 ਦੇ ਨਾਲ ਭਾਗ ਕਰਾਂਗੇ 4 ਨੂੰ 2 ਆਏਗਾ, ਹੇਠਾਂ ਸਾਡੇ ਕੋਲ 7 ਆਏਗਾ ਠੀਕ ਹੈ। तो k ਦੀ ਕੀਮਤ ਇੱਥੋਂ 20 ਸਾਡੇ ਕੋਲ ਜਿਹੜੀ 2 ਤੇ 7 ਜਿਹੜੀ ਉਹ ਬਣ ਜਾਂਦੀ ਹੈ ਠੀਕ ਹੈ, 2/7। ਸੋ ਇਹਦੇ ਵਿੱਚੋਂ ਸਾਨੂੰ ਦੋਨਾਂ ਦੇ ਵਿੱਚੋਂ ਕਿਸੇ ਵੀ ਇੱਕ ਨੂੰ ਅਸੀਂ ਹੱਲ ਕਰ ਸਕਦੇ ਹਾਂ, ਬਟ ਆਪਣੇ ਉੱਤਰ ਦੀ ਜਿਹੜੀ ਪੜਤਾਲ ਕਰਨ ਦੇ ਲਈ ਅਸੀਂ ਇੱਕ ਨੂੰ ਰਫ ਦੇ ਵਿੱਚ ਕਰਕੇ ਦੇਖ ਸਕਦੇ ਹਾਂ ਕਿ ਦੋਨੋਂ ਪਾਸੇ ਜਿਹੜਾ ਉਹ ਆਨਸਰ ਬਰਾਬਰ ਸਾਡੇ ਕੋਲ ਬਣਨਾ ਚਾਹੀਦਾ ਠੀਕ ਹੈ। तो ਇਹ ਹੀ ਸਾਡੇ ਕੋਲ ਲੋੜੀਂਦਾ ਅਨੁਪਾਤ ਹੈ ਜੋ k ਦੀ ਕੀਮਤ ਆਈ ਹੈ ਠੀਕ ਹੈ। ਇਸ ਤਰ੍ਹਾਂ ਲੋੜੀਂਦਾ ਅਨੁਪਾਤ दो अनुपात 7 है ठीक है बच्चों। तो इस सवाल ਨੂੰ ਅਸੀਂ ਇਸ ਢੰਗ ਦੇ ਨਾਲ ਹੱਲ कर सकते हैं। तो आओ इस तो बाद अगला सवाल देखते हैं। अगला सवाल साडे कोल है, पहला सवाल बिंदुआं A B ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ x ਤੁਰਾ ਕਿਸ ਅਨੁਪਾਤ ਵਿੱਚ ਵੰਡਦਾ ਹੈ। ਤੇ ਦੂਸਰੇ ਦੇ ਵਿੱਚ ਸਾਨੂੰ ਦੋ ਬਿੰਦੂ ਦਿੱਤੇ ਗਏ ਨੇ, ਇਹਦੇ ਵਿੱਚ ਅਸੀਂ ਇਹ ਦੱਸਣਾ ਕਿ y ਤੁਰਾ ਇਹਨਾਂ ਨੂੰ ਕਿਹਨਾਂ ਅਨੁਪਾਤਾਂ ਦੇ ਵਿੱਚ ਵੰਡਦਾ ਹੈ ਠੀਕ ਹੈ। ਹੱਲ तो पहला ਜਿਹੜਾ ਪਾਠ ਹੈ ਆਪਣੇ ਕੋਲ, ਮੰਨ ਲਓ x ਤੁਰਾ a1, -5 ਅਤੇ b -4,5 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ k ਅਨੁਪਾਤ 1 ਵਿੱਚ ਵੰਡਦਾ ਹੈ। एक विच बनता है ठीक है। तो ये अपने कोल बिंदु ए है, ये अपने कोल बिंदु बी है, ये जिहड़े कोऑर्डिनेट्स ने वो साडे कोल 1,-5 ने और बी दे जिहड़े निर्देशांक ने वो साडे कोल -4,5 ने। ये तुसीं कीमतां बहुत ध्यान दे नाल सवाल दे विचों लैणियां ने ठीक है। कोई भी गलती होगी तो सवाल के नंबर जिहड़े अंक है वो सानूं नहीं मिलणगे। और मान लो कि जिहड़ा x तुरा है बिंदु P उत्ते कटदा है और x तुरे दे उत्ते जिहड़े बिंदु ने वो साडे कोल x,0 फॉर्म दे विच होणगे ठीक है। x तुरे दे विच इत्थे मैं ब्रैकेट्स लिख लैना कि बिंदु P दी असीं गल करदे पए हां ठीक है। P दे जिहड़े निर्देशांक ने वो साडे कोल x,0 ने ठीक है। तो x तुरा बिंदु P दे उत्ते इन्हां दोनां नूं मिलाउण वाले रेखाखंड नूं k अनुपात 1 दे विच वंड रिहा है ठीक है। तो P ਦੇ ਜਿਹੜੇ निर्देशांक ने ਸਾਡੇ ਕੋਲ ਕੀ ਹੋਣਗੇ ਇਥੋਂ ਸੈਕਸ਼ਨ ਫਾਰਮੂਲੇ ਦੇ ਅਕੋਰਡਿੰਗ P ਦੇ निर्देशांक हाँ जी K ਨੂੰ -4 ਦੇ ਨਾਲ ਕਰਾਂਗੇ -4K, 1 ਨੂੰ 1 ਨਾਲ ਕਰਾਂਗੇ ਜਮਾ 1 ਆਏਗਾ, ਹੇਠਾਂ ਸਾਡੇ ਕੋਲ K+1 ਹੋ ਜਾਏਗਾ। K ਨੂੰ 5 ਨਾਲ ਕਰਾਂਗੇ 5K और 1 ਨੂੰ ਅਸੀਂ -5 ਨਾਲ ਕਰਾਂਗੇ तो -5/K+1 आ जाएगा ठीक है। पर P ਦੇ ਜਿਹੜੇ निर्देशांक ਨੇ ਉਹ ਸਾਨੂੰ ਦਿੱਤੇ ਵੀ ਹੋਏ ਨੇ। P ਦੇ निर्देशांक ਸਾਡੇ ਕੋਲ ਹੈਗੇ ਨੇ x,0 ठीक है। ਇਹਦੇ ਵਿੱਚੋਂ ਅਸੀਂ ਜਿਹੜਾ ਸੈਕਿੰਡ निर्देशांक ਹੈ y निर्देशांक ਜਿਹੜਾ ਉਹਨੂੰ ਅਸੀਂ ਦੋਨੋਂ ਜਗ੍ਹਾ ਤੇ ਇਕੁਏਟ ਕਰਾਂਗੇ। तो ਇਹਦੇ ਤੋਂ ਸਾਡੇ ਕੋਲ ਆ ਜਾਂਦਾ है 5K - 5/K+1
बराबर 0 ਦੇ। ਇਹਦੇ ਵਿੱਚੋਂ ਜੋ k ਦੀ ਕੀਮਤ ਆਏਗੀ ਉਹੀ ਸਾਡੇ ਕੋਲ ਲੋੜੀਂਦਾ ਉੱਤਰ ਬਣ ਜਾਏਗਾ। ਠੀਕ ਹੈ, ਇਹਨੂੰ ਅਸੀਂ ਇੱਕ ਵਾਰ ਦੇਖ ਲੈਂਦੇ ਹਾਂ। -4k +1 upon k + 1 5k -5 upon k + 1। ठीक है, ਜੇਕਰ ਕੋਈ ਵੀ ਸਾਡੇ ਕੋਲ ਇਸ ਢੰਗ ਦੇ ਨਾਲ ਜਿਹੜਾ ਫ੍ਰੈਕਸ਼ਨ ਹੈ ਉਹ ਸਾਡੇ ਕੋਲ 0 ਦੇ ਬਰਾਬਰ, ਇਹਦਾ ਮਤਲਬ ਇਹਦਾ ਜਿਹੜਾ ਅੰਸ਼ ਹੈ ਉਹ ਸਾਡੇ ਕੋਲ 0 ਹੋਣਾ ਚਾਹੀਦਾ। तो 5k - 5 = 0, ਜਾਂ ਆਪਾਂ ਕਹਿ ਸਕਦੇ ਹਾਂ k + 1 ਨੂੰ 0 ਨਾਲ ਮਲਟੀਪਲਾਈ ਕੀਤਾ, ਉਹ ਸਾਡੇ ਕੋਲ ਗੁਣਾ ਕਰਨ ਤੇ 0 ਹੀ ਹੋ ਗਿਆ। तो 5k ਸਾਡੇ ਕੋਲ 5 ਦੇ ਬਰਾਬਰ ਆ ਗਿਆ। k ਦੀ ਕੀਮਤ ਜਿਹੜੀ ਹੈ ਉਹ 5/5 ਭਾਵ 1 ਹੋ ਗਈ। ਠੀਕ ਹੈ, तो इस तरह ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਨਿਰਦੇਸ਼ਾਂਕ ਜਿਹੜਾ ਸਾਡੇ ਕੋਲ y x ਧੁਰਾ ਹੈ, x ਧੁਰਾ ਦੋਨੋਂ ਬਿੰਦੂਆਂ ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ 1:1 ਦੇ ਵਿੱਚ ਵੰਡਦਾ ਹੈ। ਇਸ ਤਰ੍ਹਾਂ x ਧੁਰਾ AB ਨੂੰ 1:1 ਵਿੱਚ ਵੰਡਦਾ ਹੈ। ਠੀਕ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ P ਬਿੰਦੂ ਹੈ ਇਹ ਸਾਡੇ ਕੋਲ A ਅਤੇ B ਦਾ ਮੱਧ ਬਿੰਦੂ ਹੈ। ਠੀਕ ਹੈ ਬੱਚਿਓ, ਇਸੇ ਢੰਗ ਦੇ ਨਾਲ ਹੁਣ ਅਸੀਂ ਦੂਸਰਾ ਜਿਹੜਾ ਪਤਾ ਕਰਾਂਗੇ ਕਿ ਬਿੰਦੂਆਂ 5, -5, -1, -6 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ y ਧੁਰਾ ਕਿਸ ਅਨੁਪਾਤ ਵਿੱਚ ਵੰਡਦਾ ਹੈ। ਤਾਂ ਮੰਨ ਲਓ ਕਿ y ਧੁਰਾ ਜਿਹੜਾ ਹੈ ਬਿੰਦੂ 0, y ਤੇ ਇਹਨਾਂ ਦੋਨੋਂ ਬਿੰਦੂਆਂ ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ k ਅਨੁਪਾਤ 1 ਵਿੱਚ ਵੰਡਦਾ ਹੈ। ਮੰਨ ਲਓ y ਧੁਰਾ ਬਿੰਦੂ P 0, y ਉੱਤੇ A ਸਾਡੇ ਕੋਲ ਹੈ 5, -6 ਅਤੇ B 5, -6 -1, -4 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ k ਅਨੁਪਾਤ 1 ਵਿੱਚ ਵੰਡਦਾ ਹੈ। ਠੀਕ ਹੈ, तो ਇੱਥੇ ਅਸੀਂ ਇਸ ਢੰਗ ਦੇ ਨਾਲ ਬਣਾ ਲੈਂਦੇ ਹਾਂ। ਇਹ ਸਾਡੇ ਕੋਲ ਬਿੰਦੂ A ਹੋ ਗਿਆ 5, -6 ਔਰ ਇਹ ਬਿੰਦੂ B ਦੇ ਜਿਹੜੇ ਨਿਰਦੇਸ਼ਾਂਕ ਨੇ -1, -4 ਤੇ ਜਿਹੜਾ ਬਿੰਦੂ P ਹੈ ਜਿਹਦੇ ਨਿਰਦੇਸ਼ਾਂਕ ਅਸੀਂ 0, y ਲਏ ਨੇ, ਇਹ k ਅਨੁਪਾਤ 1 ਦੇ ਵਿੱਚ ਦੋਨਾਂ ਦੇ ਰੇਖਾਖੰਡ ਨੂੰ ਡਿਵਾਈਡ ਕਰਦਾ ਹੈ। ਠੀਕ ਹੈ, ਤਾਂ ਇਹਦੇ ਵਿੱਚ P ਦੇ ਜਿਹੜੇ ਨਿਰਦੇਸ਼ਾਂਕ ਹੈ ਉਹ ਅਸੀਂ ਲਿਖਾਂਗੇ। P ਦੇ ਨਿਰਦੇਸ਼ਾਂਕ ਹਾਂਜੀ, k ਨੂੰ -1 ਨਾਲ ਗੁਣਾ ਕੀਤਾ ਹੈ ਸਾਡੇ ਕੋਲ -1 ਆ ਜਾਏਗਾ। ਫਿਰ 1 ਨੂੰ 5 ਨਾਲ ਕੀਤਾ ਹੈ ਸਾਡੇ ਕੋਲ ਜਮਾ ਦੇ 5 ਬਟਾ k + 1 ਆ ਜਾਏਗਾ। ਠੀਕ ਹੈ, ਤੇ k ਨੂੰ -4 ਨਾਲ ਕਰਾਂਗੇ ਫਿਰ -4k, 1 ਨੂੰ -6 ਨਾਲ ਕੀਤਾ ਹੈ -6 ਬਟਾ k + 1। ਪਰ P ਦੇ ਨਿਰਦੇਸ਼ਾਂਕ ਸਾਨੂੰ ਪਹਿਲਾਂ ਅਸੀਂ ਮੰਨ ਚੁੱਕੇ ਹਾਂ, ਉਹ ਸਾਡੇ ਕੋਲ 0, y ਨੇ। ਠੀਕ ਹੈ, ਤਾਂ ਇਹਦੇ ਵਿੱਚੋਂ ਹੁਣ ਅਸੀਂ x ਧੁਰਾ ਜਿਹੜਾ ਹੈ ਆਪਣੇ ਕੋਲ x ਨਿਰਦੇਸ਼ਾਂਕ ਨੇ ਉਹਨਾਂ ਨੂੰ ਦੋਨੋਂ ਪਾਸੇ ਅਸੀਂ ਜਿਹੜਾ ਬਰਾਬਰ ਕਰਾਂਗੇ। तो -k + 5 upon k + 1 ये अपने को बन जाएगा जी 0। ठीक है, तो k + 1 उधर 0 ना मल्टीप्लाई होकर 0 ही हो जाएगा। तो अपने को -k + 5 = 0 आ गया। -k की कीमत -5, 0 ना माइनस कैंसल, तो अपने को k बराबर 5 आ गया। इन्हों ਅਸੀਂ 5/1 लिख सकते हैं। ठीक है, सो इस तरह जो लोड़ींदा अनुपात है वो साढ़े को 5:1 हो जाएगा। ठीक है, इस तरह लोड़ींदा अनुपात 5:1 है। ठीक है बच्चों, तो इसे ढंग ਦੇ ਨਾਲ ਅਸੀਂ y ਧੁਰਾ ਦਿੱਤੇ ਹੋਏ ਬਿੰਦੂਆਂ ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਕਿਵੇਂ ਵੰਡਦਾ ਹੈ, ਕਿਸ ਅਨੁਪਾਤ ਵਿੱਚ ਵੰਡਦਾ ਹੈ, ਤੇ x ਧੁਰਾ ਕਿਵੇਂ ਵੰਡਦਾ ਹੈ, ਉਹ ਦੋਨੋਂ ਅਸੀਂ ਇਸ ਸਵਾਲ ਦੇ ਵਿੱਚ ਕੀਤੇ ਨੇ। ਠੀਕ ਹੈ, ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਸਾਡੇ ਕੋਲ 6ਵਾਂ ਸਵਾਲ, ਇਹਦੇ ਵੀ ਅੱਗੇ 2 ਪਾਰਟ ਨੇ।
ਜਿਹੜਾ ਪਹਿਲਾ ਪਾਰਟ ਹੈ ਪਹਿਲੇ ਭਾਗ ਦੇ ਵਿੱਚ ਹੈ ਜੇਕਰ ਬਿੰਦੂ A B C D ਇੱਕ ਸਮਾਨਾਂਤਰ ਚਤੁਰਭੁਜ ਦੇ ਸਿਖਰ ਇਸੇ ਹੀ ਕ੍ਰਮ ਵਿੱਚ ਹੋਣ ਤਾਂ P ਦਾ ਮੁੱਲ ਪਤਾ ਕਰੋ। ਠੀਕ ਹੈ, ਇਹਦੇ ਵਿੱਚ ਇੱਕ ਚੀਜ਼ ਅਸੀਂ ਜਿਹੜੀ ਯੂਜ਼ ਕਰਨੀ ਹੈ, ਜਿਹੜੀ ਵਰਤੋਂ ਕਰਨੀ ਹੈ, ਉਹ ਪਹਿਲਾਂ ਅਸੀਂ ਦੇਖ ਲਈਏ। ਮੰਨ ਲਓ ਸਾਡੇ ਕੋਲ ਇੱਕ ਰੇਖਾਖੰਡ ਹੈ। ਰੇਖਾਖੰਡ ਦੇ ਵਿੱਚ ਜਿਹੜੇ ਸਿਰੇ ਨੇ A ਦੇ ਜਿਹੜੇ ਆਪਣੇ ਕੋਲ ਨਿਰਦੇਸ਼ਾਂਕ ਨੇ ਉਹ y x1 y1 ਨੇ। B ਦੇ ਨਿਰਦੇਸ਼ਾਂਕ ਆਪਣੇ ਕੋਲ x2 y2 ਨੇ। ਠੀਕ ਹੈ, ਤੋ ਅਸੀਂ ਇਹਨਾਂ ਦੇ ਮੱਧ ਬਿੰਦੂ P ਦੇ ਜਿਹੜੇ ਨਿਰਦੇਸ਼ਾਂਕ ਉਹ ਪਤਾ ਕਰਨੇ ਨੇ। ਠੀਕ ਹੈ, ਤਾਂ ਉਹਦੇ ਵਾਸਤੇ ਮੱਧ ਬਿੰਦੂ ਦਾ ਜਿਹੜਾ ਸੂਤਰ ਹੁੰਦਾ ਉਹ ਅਸੀਂ ਵਰਤਾਂਗੇ x1 plus x2 ਵਟਾ 2। ਠੀਕ ਹੈ, y1 plus y2 ਵਟਾ 2। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ P ਜਿਹੜਾ ਹੈ ਉਹ A ਤੇ B ਨੂੰ 1:1 ਵਿੱਚ ਵੰਡਦਾ ਹੈ। ਠੀਕ ਹੈ, ਮੱਧ ਬਿੰਦੂ ਹਮੇਸ਼ਾ ਇਸ ਤਰ੍ਹਾਂ ਰੇਖਾਖੰਡ ਨੂੰ 1:1 ਵਿੱਚ ਵੰਡਦਾ ਹੈ। ਤੋ ਇਹਦਾ ਸੂਤਰ ਸਾਡੇ ਕੋਲ ਕੀ ਹੁੰਦਾ ਹੈ x1 plus x2/2 y1 plus y2/2। ਠੀਕ ਹੈ, x ਨਿਰਦੇਸ਼ਾਂਕਾਂ ਨੂੰ ਜੋੜ ਕੇ 2 ਨਾਲ ਭਾਗ ਕਰਾਂਗੇ ਤੇ y ਨਿਰਦੇਸ਼ਾਂਕਾਂ ਨੂੰ ਜੋੜ ਕੇ 2 ਨਾਲ ਅਸੀਂ ਭਾਗ ਕਰਾਂਗੇ। ਉਹਦੇ ਨਾਲ ਸਾਡੇ ਕੋਲ ਲੋੜੀਂਦੇ ਬਿੰਦੂ ਦੇ x ਤੇ y ਨਿਰਦੇਸ਼ਾਂਕ ਜਿਹੜੇ ਉਹ ਪ੍ਰਾਪਤ ਹੋ ਜਾਂਦੇ ਨੇ। ਠੀਕ ਹੈ, ਤੋ ਇਹ ਸਵਾਲ ਆਪਣੇ ਕੋਲ ਹੈ ਇੱਕ ਸਮਾਨਾਂਤਰ ਚਤੁਰਭੁਜ ਦੇ ਸਿਖਰ ਇਹ ਸਾਨੂੰ ਦਿੱਤੇ ਹੋਏ ਨੇ। ਠੀਕ ਹੈ, ਤੋ ਸਮਾਨਾਂਤਰ ਚਤੁਰਭੁਜ ਇੱਕ ਅਸੀਂ ਬਣਾ ਲੈਂਦੇ ਹਾਂ। ਮੰਨ ਲਓ ਇਹ ਸਾਡੇ ਕੋਲ ਇੱਕ ਸਮਾਨਾਂਤਰ ਚਤੁਰਭੁਜ ਹੈ। ਠੀਕ ਹੈ, A 6,1 ਇਹਦੇ ਨਿਰਦੇਸ਼ਾਂਕ ਜਿਹੜੇ ਸਿਖਰਾਂ ਦੇ ਨੇ, B ਦੇ ਨਿਰਦੇਸ਼ਾਂਕ 8,2, C ਦੇ ਨਿਰਦੇਸ਼ਾਂਕ 9,4 ਤੇ D ਦੇ ਨਿਰਦੇਸ਼ਾਂਕ P,3 ਨੇ ਆਪਣੇ ਕੋਲ। ਠੀਕ ਹੈ, ਤਾਂ ਅਸੀਂ P ਦਾ ਜਿਹੜਾ ਮੁੱਲ ਹੈ ਇਹਦੇ ਵਿੱਚ ਪਤਾ ਕਰਨਾ। ਹੁਣ ਇਹਦੇ 'ਚ ਅਸੀਂ ਇੱਕ ਚੀਜ਼ ਜਿਹਦੀ ਵਰਤੋਂ ਕਰਾਂਗੇ ਉਹ ਕੀ ਹੈ ਕਿ ਸਮਾਨਾਂਤਰ ਚਤੁਰਭੁਜ ਦੇ ਜਿਹੜੇ ਸਾਡੇ ਕੋਲ ਵਿਕਰਨ ਹੁੰਦੇ ਨੇ ਇਹ ਇੱਕ ਦੂਜੇ ਨੂੰ ਸਮਦੁਭਾਜ ਕਰਦੇ ਨੇ। ਠੀਕ ਹੈ, ਸਮਾਨਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜ ਕਰਦੇ ਨੇ। ਤੋ ਜੇਕਰ ਇਹ ਦੋਨੋਂ ਵਿਕਰਨ ਬਿੰਦੂ O ਤੇ ਮਿਲਦੇ ਨੇ ਤਾਂ OD ਤੇ OB ਦੀ ਲੰਬਾਈ ਬਰਾਬਰ ਹੋਏਗੀ, OA ਤੇ OC ਦੀ ਲੰਬਾਈ ਬਰਾਬਰ ਹੋਏਗੀ। ਠੀਕ ਹੈ, ਆਪਾਂ ਕਹਿ ਸਕਦੇ ਹਾਂ ਕਿ DB ਦਾ ਜਿਹੜਾ ਮੱਧ ਬਿੰਦੂ ਹੈ ਉਹ ਵੀ ਸਾਡੇ ਕੋਲ O ਹੋਏਗਾ, CA ਦਾ ਮੱਧ ਬਿੰਦੂ OB ਸਾਡੇ ਕੋਲ A ਹੋਏਗਾ। ਠੀਕ ਹੈ, ਅਸੀਂ ਜਾਣਦੇ ਹਾਂ ਕਿ ਸਮਾਨਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜ ਕਰਦੇ ਹਨ। ਠੀਕ ਹੈ, ਤੋ ਚਤੁਰਭੁਜ ABCD ਦੇ ਜਿਹੜੇ ਵਿਕਰਨ ਹੈ ਉਹ ਬਿੰਦੂ 0 ਤੇ ਬਿੰਦੂ O ਤੇ ਮੰਨ ਲਓ ਕਿ ਮਿਲਦੇ ਨੇ। ਮੰਨ ਲਓ ABCD ਚਤੁਰਭੁਜ ਦੇ ਵਿਕਰਨ, ਸਮਾਨਾਂਤਰ ਚਤੁਰਭੁਜ ਦੇ ਵਿਕਰਨ ਬਿੰਦੂ O ਉੱਤੇ ਕੱਟਦੇ ਹਨ। ਠੀਕ ਹੈ, ਇਸ ਤਰ੍ਹਾਂ ਬਿੰਦੂ O AB ਅਤੇ AC ਅਤੇ BD ਦੋਨਾਂ ਵਿਕਰਨਾਂ ਦਾ ਮੱਧ ਬਿੰਦੂ ਹੈ। ਦੋਨਾਂ ਵਿਕਰਨਾਂ ਦਾ ਮੱਧ ਬਿੰਦੂ ਹੈ। ਠੀਕ ਹੈ, ਤਾਂ ਮੱਧ ਬਿੰਦੂ ਦੇ ਜਿਹੜੇ ਨਿਰਦੇਸ਼ਾਂਕ ਨੇ ਉਹ ਕਿਵੇਂ ਪਤਾ ਕਰੀਦੇ ਨੇ ਉਹ ਆਪਾਂ ਉੱਪਰ ਕਰ ਚੁੱਕੇ ਹਾਂ। ਠੀਕ ਹੈ, ਤੋ ਦੋਨਾਂ ਦੇ ਜਿਹੜੇ ਨਿਰਦੇਸ਼ਾਂਕ ਨੇ ਉਹ ਅਸੀਂ ਅੱਗੇ ਪਤਾ ਕਰਾਂਗੇ। ਠੀਕ ਹੈ,
तो O ਦੇ ਨਿਰਦੇਸ਼ਾਂਕ O ਦੇ ਨਿਰਦੇਸ਼ਾਂਕ ਜਿਹੜੇ ਸਾਡੇ ਕੋਲ AC ਤੋਂ ਕੀ ਬਣਨਗੇ 9 + 6 / 2 4 + 1 / 2 ठीक है। ये साढ़े कोल बन गए 15/2 ਅਤੇ 5/2 ठीक है। पर क्योंकि O BD का भी मध्य बिंदु है इसलिए इत्थों भी असीं O दे निर्देशांक पता कर सकते हैं। हाँ जी, तो BD ਦੇ ਵਿੱਚੋਂ O ਦੇ ਨਿਰਦੇਸ਼ਾਂਕ ਸਾਡੇ ਕੋਲ ਕੀ ਬਣਨਗੇ P = 8/2 3 = 2/2 ਇਹ ਸਾਡੇ ਕੋਲ ਬਣ ਜਾਏਗਾ P = 8/2, 5/2 ठीक है। ਹੁਣ ਇਹ ਜਿਹੜੇ ਦੋਨੋਂ ਜਿਹੜੀਆਂ ਕੀਮਤਾਂ ਨੇ ਸਾਡੇ ਕੋਲ ਇੱਕ ਹੀ ਬਿੰਦੂ ਦੇ ਨਿਰਦੇਸ਼ਾਂਕ ਨੇ AB ਤੇ AB। ਇਹਦੇ ਵਿੱਚ Y ਨਿਰਦੇਸ਼ਾਂਕ ਦਾ ਅਸੀਂ ਦੇਖ ਸਕਦੇ ਹਾਂ ਸਾਨੂੰ ਬਰਾਬਰ ਦਿਸ ਹੀ ਰਿਹਾ X ਨਿਰਦੇਸ਼ਾਂਕ ਵੀ ਸਾਡੇ ਕੋਲ ਜਿਹੜਾ ਉਹ ਬਰਾਬਰ ਹੋਏਗਾ ਠੀਕ ਹੈ। ਇਹਨੂੰ ਅਸੀਂ 1 ਮੰਨ ਲੈਂਦੇ ਹਾਂ ਤੇ ਇਹਨੂੰ ਅਸੀਂ 2 ਮੰਨ ਲੈਂਦੇ ਠੀਕ ਹੈ। तो 1 ਅਤੇ 2 ਤੋਂ ਹਾਂਜੀ तो P = 8 X ਨਿਰਦੇਸ਼ਾਂਕ ਨੂੰ ਅਸੀਂ ਜਿਹੜਾ ਇਕੁਏਟ ਕਰਾਂਗੇ ਇੱਥੇ P = 8/2 ਇਹ ਸਾਡੇ ਕੋਲ ਕਿਹਦੇ ਬਰਾਬਰ ਹੋਣਾ ਚਾਹੀਦਾ 15/2 ਦੇ 15/2 2 ਦੇ ਨਾਲ 2 ਇਹ ਕੱਟਿਆ ਜਾਏਗਾ तो P = 8 = 15 आ गया P = 15 ਘਟਾਓ 8 15 ਦੇ ਵਿੱਚੋਂ ਜੇਕਰ ਅਸੀਂ 8 ਘਟਾਵਾਂਗੇ ਸਾਡੇ ਕੋਲ ਬਣ ਜਾਂਦਾ ਹੈ 7 तो P ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਬਣ ਗਈ 7 P = 7 ਇਹੀ ਸਾਡੇ ਕੋਲ ਲੋੜੀਂਦਾ ਉੱਤਰ ਹੈ ठीक है बच्चों। तो इस ढंग ਦੇ ਨਾਲ ਸਮਾਨਾਂਤਰ ਚਤੁਰਭੁਜ ਦੇ ਜੇਕਰ ਚਾਰੋਂ ਵਿਕਰਨ ਦਿੱਤੇ ਹੋਏ ਨੇ ਕੋਈ ਇੱਕ ਸਾਨੂੰ ਅਨਨੋਨ ਜਿਹਦੀ ਅਸੀਂ ਕੀਮਤ ਪਤਾ ਕਰਨੀ ਹੈ ਉਹਦੀ ਕੀਮਤ ਅਸੀਂ ਇਸ ਢੰਗ ਦੇ ਨਾਲ ਮੱਧ ਬਿੰਦੂ ਫਾਰਮੂਲਾ ਜਿਹੜਾ ਸੂਤਰ ਹੈ ਉਹਨੂੰ ਵਰਤ ਕੇ ਪਤਾ ਕਰ ਸਕਦੇ ਹਾਂ ਠੀਕ ਹੈ। ਬਿਲਕੁਲ ਇਸੇ ਢੰਗ ਦੇ ਨਾਲ ਅਗਲਾ ਸਵਾਲ ਹੈ ਸਾਡੇ ਕੋਲ ਜੇਕਰ ਬਿੰਦੂ P ਬਿੰਦੂ 1 2 1,2 4,y x 6 ਅਤੇ 3,5 ਇਸੇ ਹੀ ਕ੍ਰਮ ਵਿੱਚ ਲੈਣ ਤੇ ਇੱਕ ਸਮਾਨਾਂਤਰ ਚਤੁਰਭੁਜ ਦੇ ਸਿਖਰ ਹੋਣ ਤਾਂ x ਅਤੇ y ਦਾ ਮੁੱਲ ਪਤਾ ਕਰੋ ਠੀਕ ਹੈ। ਤਾਂ ਬਿਲਕੁਲ ਇਸੇ ਢੰਗ ਦੇ ਨਾਲ ਇਹ ਵਾਲਾ ਸਵਾਲ ਵੀ ਕੀਤਾ ਜਾ ਸਕਦਾ ਹੈ ਇਹਨੂੰ ਅਸੀਂ ਹਲਕਾ ਜਿਹਾ ਦੇਖ ਲੈਂਦੇ ਹਾਂ। तो ਇਹਦੇ ਵਿੱਚ ਵੀ ਅਸੀਂ ਬਿਲਕੁਲ ਉਸੇ ਢੰਗ ਦੇ ਨਾਲ ਇੱਕ ਸਮਾਨਾਂਤਰ ਚਤੁਰਭੁਜ ਜਿਹੜੀ ਪਹਿਲਾਂ ਬਣਾ ਲੈਂਦੇ ਹਾਂ। पहला बिंदु है साढ़े कोल 1,2 दूसरा बिंदु है 4,y तीसरा बिंदु है x, 6 चौथा बिंदु है 3,5 ठीक है। किसी भी सवाल ਨੂੰ ਲਿਖਣ ਦੇ ਜਿਹੜੇ ਢੰਗ ਹੈ ਉਹ ਅਲੱਗ-ਅਲੱਗ ਹੋ ਸਕਦੇ ਆ ਪਰ ਤਰੀਕਾ ਸਾਰਿਆਂ ਦੇ ਵਿੱਚ ਫਾਰਮੂਲਾ ਤਾਂ ਉਹ ਤਾਂ ਲਗਭਗ ਇੱਕੋ ਜਿਹਾ ਹੀ ਅਸੀਂ ਯੂਜ਼ ਕਰਾਂਗੇ ਠੀਕ ਹੈ। ਹੁਣ ਇਹਦੇ ਵਿੱਚ ਵੀ ਜਿਹੜੇ ਨਿਰਦੇਸ਼ਾਂਕ ਨੇ ਉਹ ਦੋਨੋਂ ਇੱਕ ਦੂਸਰੇ ਨੂੰ ਬਾਈਸੈਕਟ ਕਰਨਗੇ ਕਿਉਂਕਿ ਇਹ ਸਾਨੂੰ ਇੱਕ ਸਮਾਨਾਂਤਰ ਚਤੁਰਭੁਜ ਜਿਹੜੀ ਉਹ ਦਿੱਤੀ ਗਈ ਹੈ। ਸੋ ਜੇਕਰ ਇਹਨਾਂ ਦਾ ਜਿਹੜਾ ਕਾਟ ਬਿੰਦੂ ਹੈ ਉਹ ਸਾਡੇ ਕੋਲ ਉਹ ਹੈ ਤੇ ਇਹਦਾ ਮਤਲਬ ਉਹ ਜਿਹੜਾ AC ਦਾ ਵੀ ਮੱਧ ਬਿੰਦੂ ਹੋਏਗਾ ਉਹ ਸਾਡੇ ਕੋਲ BD ਦਾ ਵੀ ਮੱਧ ਬਿੰਦੂ ਹੋਏਗਾ ਠੀਕ ਹੈ। तो इत्थे ਅਸੀਂ ਲਿਖ ਸਕਦੇ ਹਾਂ क्योंकि O ਇੱਥੇ ਪਹਿਲਾਂ ਲਿਖ ਲਓ ਮੰਨ ਲਓ ਵਿਕਰਨ AC ਅਤੇ BD ਇੱਕ ਦੂਸਰੇ ਨੂੰ ਬਿੰਦੂ O ਉੱਤੇ ਕੱਟਦੇ ਹਨ। ਮੰਨ ਲਓ ਵਿਕਰਨ AC ਅਤੇ BD ਇੱਕ ਦੂਸਰੇ ਨੂੰ ਬਿੰਦੂ O ਉੱਤੇ ਸਮਦੁਭਾਜ ਕਰਦੇ ਹਨ ਅਸੀਂ ਲਿਖ ਸਕਦੇ ਹਾਂ ਸਮਦੁਭਾਜ ਕਰਦੇ ਠੀਕ ਹੈ। तो ਉਹ ਜਿਹੜਾ ਹੈ AC ਦਾ ਵੀ ਮੱਧ ਬਿੰਦੂ ਹੋਏਗਾ ਉਹ ਸਾਡੇ ਕੋਲ BD ਦਾ ਵੀ ਮੱਧ ਬਿੰਦੂ ਹੋਏਗਾ। तो क्योंकि ਉਹ
AC ਦਾ ਮੱਧ ਬਿੰਦੂ ਹੈ ਕਿਉਂਕਿ ਉਹ AC ਦਾ ਮੱਧ ਬਿੰਦੂ ਹੈ। ਠੀਕ ਹੈ, ਤਾਂ ਉਹਦੇ ਨਿਰਦੇਸ਼ਾਂਕ ਸਾਡੇ ਕੋਲ ਕੀ ਬਣਨਗੇ ਇੱਥੇ? ਉਹਦੇ ਨਿਰਦੇਸ਼ਾਂਕ ਇਹ ਸਾਡੇ ਕੋਲ ਬਣ ਜਾਣਗੇ x ਜਮਾ 1 x plus 1/2 ਕੋਮਾ 2 ਜਮਾ 6 ਜਾਂ 6 ਜਮਾ 2 ਲਿਖ ਸਕਦੇ ਹੋ, ਔਰ ਇਹ ਬਣ ਗਿਆ ਹੈ ਆਪਣੇ ਕੋਲ x plus 1/2 ਕੋਮਾ 8/2 ਇਹ ਸਾਡੇ ਕੋਲ ਆ ਜਾਏਗਾ 4। ਇਹਨੂੰ ਅਸੀਂ ਨੰਬਰ 1 ਜਿਹੜਾ ਮਾਰਕ ਕਰ ਲੈਂਦੇ ਹਾਂ ਇਸੇ ਢੰਗ ਦੇ ਨਾਲ, ਕਿਉਂਕਿ ਉਹ ਜਿਹੜਾ ਹੈ ਇਹ BD ਦਾ ਵੀ ਮੱਧ ਬਿੰਦੂ ਹੈ। ਉਹ BD ਦਾ ਵੀ ਮੱਧ ਬਿੰਦੂ ਹੈ। ਤੋ ਇੱਥੋਂ ਵੀ ਅਸੀਂ ਉਹਦੇ ਨਿਰਦੇਸ਼ਾਂਕ ਜਿਹੜੇ ਲਿਖ ਸਕਦੇ ਹਾਂ, ਉਹਦੇ ਨਿਰਦੇਸ਼ਾਂਕ, ਤੋ BD ਦੇ ਵਿੱਚ ਉਹਦੇ ਨਿਰਦੇਸ਼ਾਂਕ ਕੀ ਬਣਨਗੇ ਸਾਡੇ ਕੋਲ 4 ਜਮਾ 3/2 दूसरी साइड साढ़े को y जो निर्देशांक है वो बनेगा y + 5 y जमा 5/2 y + 5/2। ठीक है, ये अपने को बन जाएगा 7/2 y + 5/2। इनू असीं 2 मार्क कर लेंगे। ठीक है, ये दोनों जो निर्देशांक ने एक ही बिंदु दे ने, इस करके इन्हां दी कीमत है जिहड़ी आपस बराबर होनी चाहिए है। 1 ਅਤੇ 2 तो x plus 1/2 comma 4 it must be equal to 7/2 comma y plus 5/2। ठीक है जी, तो इन्हां विचों दो निर्देशांक जिहड़े बिंदुआं दे तां ही बराबर हो सकदे जेकर x निर्देशांक दे बराबर होवे y निर्देशांक दे बराबर होवे। इहदा मतलब x जमा 1/2 जिहड़ा है साडे कोल 7/2 बन जाएगा, और नाल ही असीं इहदे लिख सकते हैं इत्थे कि 4 की जिहड़ी कीमत है वो साडे कोल y जमा 5/2 के बराबर होगी। ठीक है, तो 2 दे नाल 2 जिहड़ा कट्टिया जा सकता है, तो x + 1 = 7, x की कीमत जिहड़ी वो साडे कोल 7 घटाओ 1 x बराबर आ गया 6। इसे ढंग दे नाल इत्थे अपने कोल 2 नूं इधर गुणा करांगे साडे कोल 8 बन जाएगा। ठीक है ना, इत्थे ओवर 1 है, 1 इधर मल्टीप्लाई किया 2 इधर किया, तो 5 नूं इधर घटा दो 8 दे विचों, ये साडे कोल 3 बन गया। तो y की जिहड़ी कीमत है वो साडे कोल आ जांदी है 3। ठीक है, तो इस तरह कह सकते हैं आप सवाल दे विच सानूं x ते y की कीमत ही पता करने वास्ते किया गया सी। ठीक है जी, ठीक है, इस तरह x बराबर 6 अते y बराबर 3 है। लो जी, ठीक है स्टूडेंट्स, तो मैनूं उम्मीद है कि सारे सवाल तुसीं बहुत ध्यान दे नाल देखे होणगे ते इन्हां नूं नोट भी किया होएगा। इस तरह के होर सवालों की जिहड़ी दा अभ्यास है होर सवालों का वो तुसीं जरूर करना है। ठीक है, इन्हां ही सवालों नूं एक दो बार खुद ब खुद भी करके देखना है। ठीक है स्टूडेंट्स, तो अज दे लई इन्ना ही, फिर आपां नैक्सट वीडियो दे विच अगले अध्याय दे सवालों के नाल फिर मिलांगे। उदों तक सत श्री अकाल।